ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਵਿੰਦਰ ਕੌਰ SDS ਚੈਨਲ ਵੱਲੋਂ ਅੱਜ ਤੁਹਾਡੇ ਸਾਹਮਣੇ 10ਵੀਂ ਜਮਾਤ ਦਾ ਪਾਠ ਪਹਿਲਾ ਵੰਨਗੀ ਪੁਸਤਕ ਵਿੱਚੋਂ ਕਹਾਣੀ ਲੈ ਕੇ ਹਾਜ਼ਰ ਹੋਈ ਹਾਂ। ਮੈਨੂੰ ਉਮੀਦ ਹੈ ਤੁਸੀਂ ਸਾਰੇ ਧਿਆਨ ਨਾਲ ਇਸ ਕਹਾਣੀ ਨੂੰ ਸੁਣੋਗੇ ਤੇ ਸਮਝੋਗੇ। ਹਾਂਜੀ, ਇਹ ਕਹਾਣੀ ਜਿਹੜੀ ਹੈ ਉਸਦਾ ਨਾਂ ਹੈ ਕੁਲਫੀ। ਕੁਲਫੀ ਸਭ ਨੂੰ ਪਤਾ ਹੈ, ਖਾਣ ਵਾਲੀ ਜਿਹੜੀ ਹੁੰਦੀ ਹੈ, ਠੀਕ ਹੈ, ਉਸ ਨੂੰ ਆਪਾਂ ਕੀ ਕਹਿੰਦੇ ਆ, ਕੁਲਫੀ। ਤੇ ਔਰ ਇਹ ਕਹਾਣੀ ਹੈ ਜੋ ਕਹਾਣੀਕਾਰ ਸੁਜਾਨ ਸਿੰਘ ਦੀ ਲਿਖੀ ਹੋਈ ਹੈ। ਹਾਂਜੀ, ਪਹਿਲਾਂ ਮੈਂ ਜਿਹੜਾ ਹੈ ਕਹਾਣੀਕਾਰ ਸੁਜਾਨ ਸਿੰਘ ਬਾਰੇ ਕੁਝ ਦੱਸਣਾ ਚਾਹੁੰਦੀ ਹਾਂ। ਕਹਾਣੀਕਾਰ ਸੁਜਾਨ ਸਿੰਘ ਜੋ ਹਨ, ਉਹਨਾਂ ਦਾ ਜਨਮ 1909 ਈਸਵੀ ਵਿੱਚ ਹੋਇਆ। ਉਹਨਾਂ ਦੀ ਪਿਤਾ ਦਾ ਦੇਹਾਂਤ ਅਜੇ ਉਹ ਸਿਰਫ 11 ਸਾਲ ਦੇ ਸਨ ਤੇ ਉਸ ਵੇਲੇ ਹੋ ਗਿਆ। ਤਾਂ ਉਸ ਵੇਲੇ ਉਹਨਾਂ ਦੀ ਉਮਰ ਬਹੁਤ ਛੋਟੀ ਸੀ, ਬਹੁਤ ਸਾਰੀਆਂ ਔਕੜਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਫਿਰ ਉਹਨਾਂ ਨੇ ਗੋਦਾਮ ਕੀਪਰੀ ਕੀਤੀ ਤੇ ਅੰਤ ਪ੍ਰਿੰਸੀਪਲ ਜਿਹੜੇ ਕਾਲਜ ਵਿੱਚ ਬਣੇ। ਇਹਨਾਂ ਨੇ ਆਰਥਿਕ ਤੰਗੀ ਹੋਣ ਦੇ ਬਾਵਜੂਦ ਵੀ ਆਪਣੀਆਂ ਕਹਾਣੀਆਂ ਇਕਾਂਗੀਆਂ ਲਿਖਣ ਤੋਂ ਜਿਹੜੇ ਪਿੱਛੇ ਨਹੀਂ ਹਟੇ ਤੇ ਸੁਜਾਨ ਸਿੰਘ ਇੱਕ ਪ੍ਰਸਿੱਧ ਸਾਹਿਤਕਾਰ ਰੂਪ ਦੇ ਵਿੱਚ ਸਾਡੇ ਸਾਹਮਣੇ ਆਏ। ਇਹਨਾਂ ਨੇ ਬਹੁਤ ਸਾਰੀਆਂ ਕਹਾਣੀਆਂ ਇਕਾਂਗੀਆਂ ਲਿਖੀਆਂ, ਦੁੱਖ ਸੁੱਖ ਤੋਂ ਪਿੱਛੋਂ ਨਰਕਾਂ ਦੇ ਦੇਵਤੇ, ਮਨੁੱਖ ਪਸ਼ੂ, ਔਰ ਇਹਨਾਂ ਦਾ ਸਭ ਤੋਂ ਮਸ਼ਹੂਰ ਜਿਹੜੀ ਕਹਾਣੀ ਸੰਗ੍ਰਹਿ ਜਿਹੜਾ ਹੈ ਸ਼ਹਿਰ ਅਤੇ ਗਰਾਂ, ਜਿਸ ਨੂੰ ਜਿਹੜਾ ਹੈ ਸਾਹਿਤ ਅਕਾਦਮੀ ਵੱਲੋਂ ਰਾਸ਼ਟਰੀ ਪੁਰਸਕਾਰ ਜਿਹੜਾ ਹੈ ਉਹ ਮਿਲਿਆ। ਔਰ ਇਸ ਔਕੜਾਂ ਦੇ ਬਾਵਜੂਦ ਵੀ ਇਹ ਬਹੁਤ ਪ੍ਰਸਿੱਧ ਜਿਹੜੇ ਸਾਹਿਤਕਾਰ ਬਣੇ। ਔਰ ਇਹਨਾਂ ਦੀ ਹੀ ਇੱਕ ਪ੍ਰਸਿੱਧ ਕਹਾਣੀ ਕੁਲਫੀ ਜਿਹੜੀ ਹੈ ਉਹ 10ਵੀਂ ਜਮਾਤ ਦੇ ਸਿਲੇਬਸ ਵਿੱਚ ਦਰਜ ਹੈ, ਜੋ ਅੱਜ ਮੈਂ ਤੁਹਾਨੂੰ ਜਿਹੜਾ ਹੈ ਇਸ ਦਾ ਪੂਰਾ ਜਿਹੜਾ ਹੈ ਕਹਾਣੀ ਜਿਹੜੀ ਹੈ ਤੁਹਾਨੂੰ ਜਿਹੜੀ ਹੈ ਡਿਟੇਲ ਨਾਲ ਸਮਝਾਵਾਂਗੀ। ਤੁਸੀਂ ਇਸ ਨੂੰ ਧਿਆਨ ਨਾਲ ਸੁਣੋਗੇ, ਸਮਝੋਗੇ ਤੇ ਇਹਦੇ ਫਿਰ ਪ੍ਰਸ਼ਨ ਉੱਤਰ ਜਿਹੜੇ ਹੈ ਮੈਂ ਤੁਹਾਨੂੰ ਕਰਾਵਾਂਗੀ। ਹੁਣ ਤੁਹਾਨੂੰ ਜਿਹੜਾ ਹੈ ਇਹ ਕਹਾਣੀ ਜਿਹੜੀ ਹੈ ਉਹ ਸੁਣਾਉਣ ਜਾ ਰਹੀ ਹਾਂ। ਇਹ ਕਹਾਣੀ ਕੁਲਫੀ ਜਿਹੜੀ ਹੈ ਕਹਾਣੀਕਾਰ ਸੁਜਾਨ ਸਿੰਘ ਦੀ ਲਿਖੀ ਹੋਈ ਹੈ, ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜਦੋਂ ਜਿਹੜਾ ਹੈ ਬੰਦਾ ਜਿਹੜਾ ਕੰਮ ਕਰਦਾ, ਨੌਕਰੀ ਕਰਦਾ ਹੈ, ਤਾਂ ਉਸਨੂੰ ਤਨਖਾਹ ਮਿਲਦੀ ਹੈ। ਤਾਂ ਤਨਖਾਹ ਜਿਹੜੀ ਮਿਲਣ ਤੋਂ ਬਾਅਦ ਸ਼ੁਰੂ ਦੇ 15 ਦਿਨ ਤਾਂ ਉਸ ਤਨਖਾਹ ਨਾਲ ਬੜੀ ਆਸਾਨੀ ਨਾਲ ਨਿਕਲ ਜਾਂਦੇ ਹਨ। ਕਿਉਂਕਿ ਸਾਰੇ ਖਰਚੇ ਅਸੀਂ ਆਰਾਮ ਨਾਲ ਕਰਦੇ ਹਾਂ। ਪਰ ਅੰਤ ਵਾਲੇ ਅਖੀਰਲੇ 15 ਦਿਨ ਜਿਹੜੇ ਹਨ ਉਹ ਬੜੀ ਤੰਗੀ ਦੀ ਹਾਲਤ ਵਿੱਚ ਗੁਜ਼ਰਦੇ ਹਨ, ਕਿਉਂਕਿ ਪੈਸਿਆਂ ਦੀ ਜਿਹੜੀ ਹੈ ਉਹ ਥੋੜ ਹੋ ਜਾਂਦੀ ਹੈ। ਔਰ ਇਸੇ ਤਰ੍ਹਾਂ ਹੀ ਜਿਹੜਾ ਹੈ ਇਸ ਕਹਾਣੀ ਵਿੱਚ ਵੀ ਇਹੀ ਕੁਝ ਹੋਇਆ ਕਿ ਜਿਹੜਾ ਹੈ ਮਨੁੱਖ ਜਿਹੜਾ ਹੈ ਜਦੋਂ ਤਨਖਾਹ ਜਿਹੜੀ ਮਹੀਨਾ ਦਾ ਮੁੱਕਣ ਤੇ ਆਉਂਦਾ ਹੈ ਤਾਂ ਉਸ ਵੇਲੇ ਬੜੀ ਤੰਗੀ ਨਾਲ ਜਿਹੜਾ ਹੈ ਲੇਖਕ ਜਿਹੜਾ ਹੈ ਉਹ ਗੁਜ਼ਾਰਾ ਕਰਦਾ ਹੈ। ਤਾਂ ਉਸ ਸਮੇਂ ਹੀ ਜਦੋਂ ਜਿਹੜਾ ਗਲੀ ਦੇ ਅੰਦਰ ਕੁਲਫੀ ਜਿਹੜੀ ਹੈ ਵੇਚਣ ਵਾਲਾ ਆਉਂਦਾ ਹੈ, ਉਸ ਦਾ ਬੜਾ ਮਨ ਕਰਦਾ ਹੈ, ਪਰ ਆਰਥਿਕ ਤੰਗੀ ਕਾਰਨ, ਪੈਸੇ ਦੀ ਤੰਗੀ ਕਾਰਨ ਉਹ ਆਪਣਾ ਮਨ ਮਾਰ ਲੈਂਦਾ ਹੈ ਤੇ ਉਹ ਕੁਲਫੀ ਜਿਹੜੀ ਹੈ ਉਹ ਨਹੀਂ ਖਾਂਦਾ। ਔਰ ਇੰਨੇ ਵਿੱਚ ਹੀ ਜਿਹੜਾ ਹੈ ਉੱਥੇ ਗਲੀ ਦੇ ਅੰਦਰ ਜਿਹੜਾ ਹੈ ਇੱਕ ਮੁਰਮਰੇ ਵੇਚਣ ਵਾਲਾ ਆ ਜਾਂਦਾ ਹੈ। ਮੁਰਮਰੇ ਆਪਾਂ ਕਿਸ ਨੂੰ ਕਹਿੰਦੇ ਹਾਂ? ਜਿਹੜੀ ਫੁੱਲੀਆਂ ਜਿਹੜੀਆਂ ਹੁੰਦੀਆਂ ਹਨ ਉਹਦੇ 'ਚ ਗੁੜ ਪਾ ਕੇ ਅਸੀਂ ਜਿਹੜਾ ਇੱਕ ਮੁਰੁੰਡਾ ਬਣਾਉਂਦੇ ਹਾਂ, ਉਸ ਨੂੰ ਮੁਰਮਰੇ ਕਹਿੰਦੇ ਹਾਂ। ਕਹਿੰਦੇ ਮੁਰਮਰੇ ਵੇਚਣ ਵਾਲਾ ਗਲੀ ਵਿੱਚ ਆਉਂਦਾ ਹੈ ਕਿ ਟੱਕੇ ਦਾ ਮੁਰਮਰਾ। ਤਾਂ ਇਸ ਤਰ੍ਹਾਂ ਜਿਹੜਾ ਹੈ ਉਸ ਲੇਖਕ ਦਾ ਜਿਹੜਾ ਪੁੱਤਰ ਹੈ ਉਹ ਭੱਜਦਾ ਹੋਇਆ ਆਪਣੇ ਦਾਰ ਜੀ ਕੋਲ ਆਉਂਦਾ ਹੈ। ਦਾਰ ਜੀ ਇੱਕ ਟਕਾ ਦਿਓ। ਪਰ ਦਾਰ ਜੀ ਕੋਲ ਟਕਾ ਨਹੀਂ ਹੁੰਦਾ, ਕਿਉਂਕਿ ਅੱਜ ਅਖੀਰਲੇ ਜਿਹੜੀ ਤਰੀਕ ਹੈ 26 ਤਰੀਕ ਹੋ ਗਈ ਹੈ। ਤਾਂ ਉਸ ਵੇਲੇ ਉਹਨਾਂ ਕੋਲ ਕੋਈ ਵੀ ਪੈਸਾ ਨਹੀਂ ਹੁੰਦਾ। ਮਸਾਂ ਹੀ ਘਰ ਦਾ ਜਿਹੜਾ ਗੁਜ਼ਾਰਾ ਕਰਕੇ ਤੇ ਉਧਾਰ ਲੈ ਕੇ ਜਿਹੜਾ ਹੈ ਉਹ ਅਖੀਰਲੇ ਦਿਨ ਜਿਹੜੇ ਟਪਾ ਰਹੇ ਸਨ। ਤੇ ਜਦੋਂ ਅਚਾਨਕ ਉਸ ਦਾ ਪੁੱਤਰ ਜਿਹੜਾ ਆ ਕੇ ਕਹਿੰਦਾ ਹੈ, ਦਾਰ ਜੀ ਟਕਾ ਦਿਓ, ਮੈਂ ਮੁਰਮਰੇ ਲੈਣੇ ਹਨ। ਤਾਂ ਉਸ ਵੇਲੇ ਦਾਰ ਜੀ ਨੂੰ ਕੋਈ ਸੁਝਦਾ ਨਹੀਂ, ਕਿਉਂਕਿ ਉਹਨਾਂ ਕੋਲ ਟਕਾ ਹੀ ਨਹੀਂ ਹੁੰਦਾ ਦੇਣ ਵਾਸਤੇ। ਤਾਂ ਕੁਝ ਦੇਰ ਸੋਚਣ ਤੋਂ ਬਾਅਦ ਉਹ ਜਿਹੜਾ ਹੈ ਉਹ ਆਪਣੇ ਪੁੱਤਰ ਨੂੰ ਕਹਿੰਦੇ ਹਨ ਕਿ ਤੂੰ ਟਕਾ ਕੀ ਕਰਨਾ ਹੈ? ਤਾਂ ਅੱਗੋਂ ਕਹਿੰਦਾ ਹੈ, ਟਕਾ ਕੀ ਕਰੀਦਾ ਦਾਰ ਜੀ, ਟਕੇ ਦਾ ਚੀਜ਼ ਖਰੀਦੀ ਦੀ ਹੈ ਤੇ ਮੈਂ ਵੀ ਟਕੇ ਨਾਲ ਜਿਹੜਾ ਹੈ ਮੁਰਮਰਾ ਲੈਣਾ ਹੈ। ਫਿਰ ਥੋੜੀ ਦੇਰ ਜਿਹੜਾ ਦਾਰ ਜੀ ਸੋਚੀ ਪੈ ਜਾਂਦੇ ਹਨ। ਸੋਚਣ ਤੋਂ ਬਾਅਦ ਫਿਰ ਉਸ ਨੂੰ ਕਹਿੰਦੇ ਹਨ ਕਿ ਮੁਰਮਰਾ ਕੀ ਖਾਣ ਨਾਲ ਖੰਘ ਆਉਂਦੀ ਹੈ, ਮੁਰਮਰਾ ਜਿਹੜਾ ਖਰਾਬ ਹੁੰਦਾ ਹੈ। ਤੇ ਅੱਗੋਂ ਫਿਰ ਝੱਟ ਜਿਹੜਾ ਉਹ ਪੁੱਤਰ ਜਵਾਬ ਦਿੰਦਾ ਹੈ ਕਿ ਨਹੀਂ, ਮੁਰਮਰਾ ਤਾਂ ਮਿੱਠਾ ਹੁੰਦਾ ਹੈ।
ਤਾਂ ਇਹ ਸੋਚ ਕੇ ਪਹਿਲਾਂ ਇੱਕ ਵਾਰ ਤਾਂ ਦਾਰ ਜੀ ਚੁੱਪ ਕਰ ਜਾਂਦੇ ਹਨ। ਕਿਉਂ? ਕਿਉਂਕਿ ਉਹਨਾਂ ਨੂੰ ਆਪ ਹੀ ਮਿੱਠਾ ਬੜਾ ਪਸੰਦ ਹੁੰਦਾ ਹੈ। ਤਾਂ ਉਸ ਵੇਲੇ ਉਹ ਸੋਚੀ ਪੈ ਜਾਂਦੇ ਹਨ ਕਿ ਹੁਣ ਮੈਂ ਇਸ ਵੇਲੇ ਉਹਨੂੰ ਕੀ ਜਵਾਬ ਦਿਆਂ। ਫਿਰ ਉਹ ਇਸ ਨੂੰ ਥੋੜੇ ਦੇਰ ਟਾਲਣ ਵਾਸਤੇ ਉਸ ਨੂੰ ਇਹ ਕਹਿ ਦਿੰਦੇ ਹਨ ਕਿ ਆਪਾਂ ਮੁਰਮਰਾ ਨਹੀਂ ਖਾਣਾ, ਆਪਾਂ ਸ਼ਾਮ ਨੂੰ ਕੁਲਫੀ ਖਾਣ ਚੱਲਾਂਗੇ। ਇਹ ਉਸ ਨੂੰ ਟਾਲਦੇ ਹਨ ਕਿ ਥੋੜਾ ਸਮਾਂ ਟਲ ਜਾਵੇ। ਕਿਉਂ? ਕਿਉਂਕਿ ਉਹਨਾਂ ਕੋਲ ਉਸ ਨੂੰ ਦੇਣ ਵਾਸਤੇ ਟਕਾ ਨਹੀਂ ਹੁੰਦਾ। ਔਰ ਇਹ ਗੱਲ ਸੁਣ ਕੇ ਬੱਚਾ ਜਿਹੜਾ ਹੈ ਇਹ ਲਾਲਚ ਵਿੱਚ ਆ ਜਾਂਦਾ ਹੈ ਕਿ ਠੀਕ ਹੈ, ਮੈਨੂੰ ਸ਼ਾਮ ਨੂੰ ਕੁਲਫੀ ਮਿਲੇਗੀ ਖਾਣ ਵਾਸਤੇ, ਆਪਾਂ ਕੁਲਫੀ ਖਾਣ ਚੱਲਾਂਗੇ। ਔਰ ਇਹ ਸੁਣ ਕੇ ਦਾਰ ਜੀ ਨੇ ਸੋਚਿਆ ਕਿ ਇਹ ਸ਼ਾਮ ਤੱਕ ਜਿਹੜਾ ਫਿਰ ਜਿਹੜਾ ਸ਼ੁਰੂ ਹੋ ਜਾਵੇਗਾ ਕਿ ਕੁਲਫੀ ਖਾਣ ਚੱਲੋ, ਕੁਲਫੀ ਖਾਣ ਚੱਲੋ। ਤਾਂ ਭਰੀ ਦੁਪਹਿਰ ਦੇ ਅੰਦਰ ਹੀ ਦਾਰ ਜੀ ਜਿਹੜੇ ਹਨ ਕੱਪੜੇ ਪਾ ਕੇ ਉਹ ਘਰੋਂ ਬਾਹਰ ਨਿਕਲ ਜਾਂਦੇ ਹਨ ਕਿ ਜਾਂ ਸ਼ਾਮ ਤੱਕ ਮੈਂ ਵਾਪਸ ਨਹੀਂ ਆਵਾਂਗਾ। ਜਦ ਤੱਕ ਮੈਂ ਵਾਪਸ ਆਵਾਂਗਾ ਤੇ ਜਿਹੜਾ ਹੈ ਕਾਕਾ ਜਿਹੜਾ ਹੈ ਉਹ ਸੋ ਚੁੱਕਾ ਹੋਵੇਗਾ। ਜਦੋਂ ਉਹ ਜਿਹੜਾ ਹੈ ਸ਼ਾਮ ਨੂੰ ਵਾਪਸ ਆਉਂਦੇ ਹਨ ਤੇ ਕਾਕਾ ਜਦੋਂ ਦਰਵਾਜ਼ਾ ਖੋਲ੍ਹਦਾ ਹੈ ਤਾਂ ਉਸ ਵੇਲੇ ਅੰਦਰ ਵੜਦਿਆਂ ਹੀ ਕਾਕਾ ਇਹ ਕਹਿੰਦਾ ਹੈ, ਦਾਰ ਜੀ ਕੁਲਫੀ ਖਾਣ ਚਲੋ। ਪਰ ਉਸ ਵੇਲੇ ਵੀ ਦਾਰ ਜੀ ਨੂੰ ਕੋਈ ਜਿਹੜਾ ਹੈ ਕੁਲਫੀ ਦਾ ਕੋਈ ਚੇਤਾ ਨਹੀਂ ਹੁੰਦਾ। ਉਹ ਇਹ ਕਹਿੰਦੇ ਹਨ, ਚੱਲ ਉੱਪਰ ਚੱਲ। ਜਦੋਂ ਇਹ ਗੱਲ ਕਹਿੰਦੇ ਹਨ ਤੇ ਕਾਕਾ ਜਿਹੜਾ ਝਟ ਉੱਪਰ ਚਲਾ ਜਾਂਦਾ ਹੈ। ਤਾਂ ਫਿਰ ਉਸ ਨੂੰ ਸਮਝਾਉਂਦੇ ਹਨ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ, ਆਪਾਂ ਕੱਲ ਨੂੰ ਜਿਹੜਾ ਹੈ ਕੁਲਫੀ ਖਾਣ ਚੱਲਾਂਗੇ। ਇਹ ਕਹਿ ਕੇ ਉਸ ਨੂੰ ਟਾਲ ਦਿੰਦੇ ਹਨ। ਪਰ ਕਾਕਾ ਜਿਹੜਾ ਹੈ ਉਹ ਸੁੱਤਿਆਂ ਵੀ ਜਿਹੜਾ ਹੈ ਬਾਰ-ਬਾਰ ਕੁਲਫੀ ਕੁਲਫੀ ਕਰਦਾ ਰਹਿੰਦਾ ਹੈ, ਪਰ ਉਸ ਨੂੰ ਕੁਲਫੀ ਜਿਹੜੀ ਉਹ ਨਹੀਂ ਮਿਲਦੀ। ਅਗਲੇ ਦਿਨ ਫਿਰ ਸਵੇਰੇ ਜਿਹੜਾ ਹੈ ਉਹਨਾਂ ਨੂੰ ਹੁੰਦਾ ਹੈ ਕਿ ਸਵੇਰੇ ਉੱਠ ਕੇ ਫਿਰ ਇਹ ਕਹੇਗਾ ਕੁਲਫੀ ਕੁਲਫੀ ਖਾਣੀ ਹੈ। ਤਾਂ ਪਰ ਅਗਲੇ ਜਿਹੜੀ ਦੁਪਹਿਰ ਨੂੰ ਜਿਹੜਾ ਹੈ ਉਹਨੇ ਦਾਰ ਜੀ ਕੋਲੋਂ ਜਿਹੜਾ ਹੈ ਸਵੇਰੇ ਤਾਂ ਕੁਲਫੀ ਕੁਲਫੀ ਕੀਤੀ, ਪਰ ਦੁਪਹਿਰ ਤੱਕ ਜਦੋਂ ਦੁਬਾਰਾ ਜਿਹੜਾ ਹੈ ਕੁਲਫੀ ਵੇਚਣ ਵਾਲਾ ਬਾਹਰ ਆਇਆ ਤਾਂ ਉਸ ਨੇ ਜਿਹੜਾ ਹੈ ਕੁਲਫੀ ਜਿਹੜਾ ਹੈ ਮੰਗੀ ਨਹੀਂ। ਜਦੋਂ ਦੁਬਾਰਾ ਆਵਾਜ਼ਾਂ ਆਈਆਂ ਕੁਲਫੀ ਵਾਲੇ ਦੀਆਂ, ਇਹ ਆਵਾਜ਼ਾਂ ਸੁਣ ਕੇ ਝੱਟ ਜਿਹੜਾ ਹੈ ਕਾਕਾ ਜਿਹੜਾ ਹੈ ਦਰਵਾਜ਼ੇ ਤੋਂ ਬਾਹਰ ਚਲਾ ਕੇ ਖੜਾ ਹੋ ਗਿਆ। ਜਦੋਂ ਬਾਹਰ ਜਾ ਕੇ ਖੜਾ ਹੋਇਆ ਤਾਂ ਕੀ ਦੇਖਦਾ ਹੈ, ਕੁਲਫੀ ਵੇਚਣ ਵਾਲੇ ਦੇ ਕੋਲ ਇੱਕ ਮੁੰਡਾ ਜਿਹੜਾ ਹੈ ਉਹ ਕੁਲਫੀ ਲੈਣ ਵਾਸਤੇ ਆਉਂਦਾ ਹੈ। ਉਹ ਸ਼ਾਹਾਂ ਦਾ ਮੁੰਡਾ ਹੁੰਦਾ ਹੈ। ਸ਼ਾਹਾਂ ਦਾ ਮੁੰਡਾ ਜਿਹੜਾ ਹੈ ਉਹ ਕੁਲਫੀ ਲੈਣ ਵਾਸਤੇ ਆਉਂਦਾ ਹੈ, ਜਿਸ ਦਾ ਨਾਮ ਬੁੱਲੀ ਹੁੰਦਾ ਹੈ ਤੇ ਉਸ ਦੀ ਉਮਰ ਜਿਹੜੀ ਹੈ 8 ਸਾਲਾਂ ਦੀ ਹੁੰਦੀ ਹੈ। ਉਸ ਨੂੰ ਜਿਹੜਾ ਹੈ ਕੁਲਫੀ ਦੀ ਪਲੇਟ ਜਦੋਂ ਫੜਦਾ ਹੈ ਤਾਂ ਉਹ ਉਸ ਨੂੰ ਜਿਹੜਾ ਹਮੇਸ਼ਾ ਜਿਹੜਾ ਹੈ ਉਹ ਬੱਚਿਆਂ ਨੂੰ ਜਿਹੜਾ ਛੋਟੇ ਬੱਚਿਆਂ ਨੂੰ ਕੁੱਟਦਾ ਰਹਿੰਦਾ ਸੀ। ਅੱਜ ਜਿਹੜਾ ਹੈ ਉਹ ਕਾਕੇ ਨੇ ਜਦੋਂ ਦੇਖਿਆ ਕਿ ਉਸਨੇ ਪਲੇਟ ਜਿਹੜੀ ਕੁਲਫੀ ਦੀ ਫੜੀ ਹੈ ਤਾਂ ਝੱਟ ਕਾਕੇ ਨੇ ਹੱਥ ਮਾਰ ਕੇ ਉਸ ਦੀ ਕੁਲਫੀ ਵਾਲੀ ਪਲੇਟ ਥੱਲੇ ਗਿਰ ਦਿੱਤੀ ਤੇ ਉਸ ਜਿਹੜਾ ਹੈ ਬੁੱਲੀ ਨੂੰ ਚੱਕ ਕੇ ਜਿਹੜਾ ਹੈ ਉਹ ਮੋਰੀ ਦੇ ਵਿੱਚ ਸੁੱਟਿਆ। ਔਰ ਇਹ ਦੇਖ ਕੇ ਰੇਹੜੀ ਵਾਲਾ ਇੱਕਦਮ ਉਸ ਨੂੰ ਚਪੇੜ ਮਾਰਨ ਲੱਗਦਾ ਹੈ, ਪਰ ਲੇਖਕ ਝਟਪਟ ਜਾ ਕੇ ਕਾਕੇ ਨੂੰ ਜਿਹੜਾ ਹੈ ਚੁੱਕ ਲੈਂਦਾ ਹੈ। ਔਰ ਇਸ ਤੋਂ ਬਾਅਦ ਸ਼ਾਹਾਂ ਦੀ ਜਿਹੜੀ ਪਤਨੀ ਹੈ ਉਸ ਜਿਹੜੀ ਹੈ ਬੁੱਲੀ ਦੀ ਜਿਹੜੀ ਮਾਂ ਹੁੰਦੀ ਹੈ ਉਹ ਉਹਨਾਂ ਦੇ ਘਰ ਲੇਖਕ ਦੇ ਘਰ ਜਿਹੜਾ ਹੈ ਗਿਲਾ ਦੇਣ ਵਾਸਤੇ ਆਉਂਦੀ ਹੈ, ਉਲਾਂਭਾ ਦੇਣ ਆਉਂਦੀ ਹੈ ਕਿ ਤੁਹਾਡੇ ਪੁੱਤਰ ਨੇ ਇਸ ਤਰ੍ਹਾਂ ਜਿਹੜਾ ਹੈ ਕੀਤਾ ਹੈ ਮੇਰੇ ਮੁੰਡੇ ਨਾਲ। ਪਰ ਜਦੋਂ ਉਸ ਦੀ ਮਾਂ ਇਹ ਸੁਣਦੀ ਹੈ ਤਾਂ ਉਸ ਵੇਲੇ ਉਸ ਕਾਕੇ ਨੂੰ ਜਿਹੜਾ ਹੈ ਮਾਰਨ ਵਾਸਤੇ ਹੱਥ ਚੁੱਕਦੀ ਹੈ ਤਾਂ ਲੇਖਕ ਝਟਪਟ ਉਸ ਨੂੰ ਰੋਕ ਦਿੰਦਾ ਹੈ ਕਿ ਤੂੰ ਕਿਉਂ ਇਸ ਨੂੰ ਮਾਰਨ ਲੱਗੀ ਹੈ, ਸ਼ੁਦੈਣ ਹੋ ਗਈ ਹੈ। ਸ਼ੁਕਰ ਕਰ ਕਾਹਿਰਾਂ ਦੇ ਘਰ ਜਿਹੜਾ ਹੈ ਇੱਕ ਬਹਾਦਰ ਪੁੱਤਰ ਜਿਹੜਾ ਪੈਦਾ ਹੋਇਆ ਹੈ। ਇਹ ਸੁਣ ਕੇ ਜਿਹੜਾ ਹੈ ਉਸ ਨੂੰ ਜੋਸ਼ ਆ ਜਾਂਦਾ ਹੈ, ਬਹਾਦਰੀ ਆ ਜਾਂਦੀ ਹੈ ਔਰ ਕਾਕੇ ਦੇ ਅੰਦਰ ਵੀ ਜਿਹੜਾ ਉਤਸ਼ਾਹ ਆ ਜਾਂਦਾ ਹੈ ਕਿ ਮੈਂ ਤਾਂ ਇੱਕ ਕਾਹਿਰ ਸੀ, ਮੈਂ ਤਾਂ ਆਪਣੀ ਨੌਕਰੀ ਵਾਸਤੇ ਵੀ ਆਵਾਜ਼ ਨਹੀਂ ਉਠਾ ਸਕਿਆ ਕਿ ਇਕੱਲਾ ਹੋਣ ਕਰਕੇ ਮੇਰੀ ਆਵਾਜ਼ ਕੋਈ ਨਹੀਂ ਸੁਣੇਗਾ ਤੇ ਸਾਰਿਆਂ ਦੇ ਇਕੱਠ ਵਿੱਚ ਜਿਹੜੀ ਹੈ ਕੋਈ ਆਵਾਜ਼ ਉਠਾਉਂਦਾ ਨਹੀਂ, ਕਿਉਂਕਿ ਹਰ ਇੱਕ ਨੂੰ ਆਪਣੀ ਜਿਹੜੀ ਹੈ ਨੌਕਰੀ ਵਜਾਉਣ ਵਾਸਤੇ ਲੋੜਵੰਦ ਵਾਸਤੇ ਜਿਹੜਾ ਹੈ ਉਸ ਨੌਕਰੀ ਨੂੰ ਨੌਕਰੀ ਕਰਨੀ ਪੈਂਦੀ ਹੈ। ਤਾਂ ਅੱਜ ਜਿਹੜਾ ਹੈ ਇਸ ਬਹਾਦਰ ਨੇ ਜਿਹੜੀ ਆਵਾਜ਼ ਉਠਾਈ ਹੈ, ਇਸ ਤਰ੍ਹਾਂ ਕਹਿ ਕੇ ਉਹ ਉਸ ਨੂੰ ਰੋਕ ਦਿੰਦਾ ਹੈ। ਇਸ ਕਹਾਣੀ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਆਰਥਿਕ ਤੰਗੀ ਜਿਹੜੀ ਹੈ ਮਨੁੱਖ ਨੂੰ ਕੀ ਕੁਝ ਕਰਵਾਉਂਦੀ ਹੈ। ਔਰ ਇਸ ਵਿੱਚ ਵੀ ਲੇਖਕ ਨੇ ਦੱਸਿਆ ਹੈ ਕਿ ਬੇਰੁਜ਼ਗਾਰੀ ਕਾਰਨ ਜਿਹੜਾ ਹੈ ਉਹ ਆਪਣੀ ਨੌਕਰੀ ਦੀ ਤਨਖਾਹ ਵਧਾਉਣ ਵਾਸਤੇ ਵੀ ਆਵਾਜ਼ ਨਹੀਂ ਉਠਾਉਂਦਾ। ਠੀਕ ਹੈ, ਜਦ ਕਿ ਪੁਰਾਣੇ ਸਮੇਂ ਦੇ ਅੰਦਰ ਜਿਹੜੀਆਂ ਉਹ ਤਨਖਾਹਾਂ ਜ਼ਿਆਦਾ ਸਨ। ਉਹਨੇ ਕਿਹਾ ਕਿ ਮੇਰੇ ਪਿਤਾ ਦੀ ਤਨਖਾਹ ਜਿਹੜੀ ਮੇਰੇ ਤੋਂ ਵੱਧ ਹੋਏਗੀ। ਠੀਕ ਹੈ, ਜਦੋਂ ਅਸੀਂ ਪੁਰਾਣੇ ਸਮੇਂ ਥੋੜਾ ਜਿਹਾ ਧੇਲਾ ਵੀ ਲੈਂਦੇ ਸਾਂ, ਛੋਲੇ ਲਿਆਂਦੇ ਸਾਂ ਖਾਣ ਵਾਸਤੇ, ਤਾਂ ਉਹ ਵੀ ਇੰਨੇ ਸਾਰੇ ਮਿਲ ਜਾਂਦੇ ਸਨ ਕਿ ਉਹ ਖਤਮ ਹੋਣ ਤੇ ਨਹੀਂ ਸੀ ਆਉਂਦੇ। ਪਰ ਅੱਜ ਮਹਿੰਗਾਈ ਹੋ ਗਈ ਹੈ, ਪਰ ਸਾਡੀਆਂ ਤਨਖਾਹਾਂ ਜਿਹੜੀਆਂ ਹਨ ਉਹ ਉਸ ਤੋਂ ਵੀ ਘੱਟ ਹਨ। ਅੱਜ ਮੈਂ ਇੰਨਾ ਜ਼ਿਆਦਾ ਪੜ੍ਹਿਆ ਲਿਖਿਆ ਹਾਂ ਪਰ ਓਨੀ ਮੇਰੇ ਵਿੱਚ ਲਿਆਕਤ ਨਹੀਂ ਜੋ ਮੈਨੂੰ ਮਿਲਣੀ ਚਾਹੀਦੀ ਹੈ। ਔਰ ਇਸ ਤਰ੍ਹਾਂ ਜਿਹੜਾ ਹੈ ਉਹ ਕਹਾਣੀ ਦਾ ਅੰਤ ਹੋ ਜਾਂਦਾ ਹੈ।
ਔਰ ਇਹ ਕਹਿ ਕੇ ਕਿ ਸ਼ੁਕਰ ਕਰੋ ਕਿ ਜਿਹੜੇ ਕਾਇਰਾਂ ਦੇ ਘਰ ਜਿਹੜਾ ਕੋਈ ਬਹਾਦਰ ਪੈਦਾ ਹੋਇਆ ਹੈ ਜਿਹੜਾ ਮੁਕਾਬਲਾ ਕਰ ਸਕਦਾ ਹੈ। ਮੈਨੂੰ ਉਮੀਦ ਹੈ ਤੁਹਾਨੂੰ ਇਹ ਸਾਰੀ ਕਹਾਣੀ ਜਿਹੜੀ ਹੈ ਇਹ ਸਮਝ ਆ ਗਈ ਹੋਵੇਗੀ ਤੇ ਮੈਨੂੰ ਜਿਹੜਾ ਹੈ ਇਸ ਕਹਾਣੀ ਨੂੰ ਸੁਣ ਕੇ ਤੁਸੀਂ ਵੱਧ ਤੋਂ ਵੱਧ ਜਿਹੜਾ ਹੈ ਮੈਨੂੰ ਪਿਆਰ ਦੇਣਾ, ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਨਾ, ਨਾਲ ਹੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਿਹੜਾ ਹੈ ਉਹ ਦਬਾ ਦੇਣਾ ਤਾਂ ਜੋ ਮੈਂ ਵੀਡੀਓ ਜਿਹੜੀ ਹੈ ਪਾਵਾਂ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ।